ਸਟਾਰਟ। ਕਰੋਨਾ ਮਹਾਂਮਾਰੀ ਦਾ ਮੌਜੂਦਾ ਦੌਰ ਭਾਵ ਦੂਜੀ ਲਹਿਰ ਵਿੱਚ ਦੇਸ਼ ਦਾ ਅਰਥਚਾਰਾ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੇਸ਼ ਦਾ ਸਮੁੱਚਾ ਅਰਥਚਾਰਾ ਪਿਛਲੇ 2 ਸਾਲਾਂ ਤੋਂ ਲਗਾਤਾਰ ਪ੍ਰਭਾਵਿਤ ਹੁੰਦਾ ਆਇਆ ਹੈ ਅਤੇ ਚਾਲੂ ਵਿੱਤੀ ਸਾਲ ਵਿੱਚ ਇਸ ਵਿੱਚ ਸੁਧਾਰ ਹੋਣ ਦੀ ਕੋਈ ਗੁੰਜਾਇਸ਼ ਦਿਖਾਈ ਨਹੀਂ ਦਿੰਦੀ। ਇਸੇ ਕਾਰਨ ਦੇਸ਼ ਵਿੱਚ ਰੁਜ਼ਗਾਰ ਦੇ ਨਵੇਂ ਮੌਕਿਆਂ ਵਿੱਚ ਭਾਰੀ ਕਮੀ ਦਰਜ ਕੀਤੀ ਗਈ ਹੈ। ਮਹਾਂਮਾਰੀ ਦੇ ਮਾੜੇ ਪ੍ਰਭਾਵਾਂ ਵਿੱਚ ਇਹ ਵੀ ਹੈ ਕਿ ਤਾਲਾਬੰਦੀ ਕਾਰਨ ਹਰ ਖੇਤਰ ਵਿੱਚ ਬੇਰੁਜ਼ਗਾਰੀ ਵਧੀ ਹੈ। ਵਪਾਰ, ਉਦਯੋਗ ਅਤੇ ਕਾਰਪੋਰੇਟ ਖੇਤਰਾਂ ਵਿੱਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਖੁੱਸ ਗਈਆਂ ਹਨ। ਇਸ ਦਾ ਕਾਰਨ ਅਨਿਸ਼ਚਿਤਤਾ ਅਤੇ ਅਸੁਰੱਖਿਆ ਦੇ ਮਾਹੌਲ ਵਿੱਚ ਕਿਰਤੀ ਵਰਗ ਦਾ ਸਮੂਹਿਕ ਰੂਪ ਨਾਲ ਆਪੋ ਆਪਣੇ ਪਿਤਰੀ ਰਾਜਾਂ ਵੱਲ ਹਿਜਰਤ ਕਰਨਾ ਵੀ ਹੈ। ਇਸ ਨਾਲ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਵਿੱਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ, ਜਿਸ ਦਾ ਪ੍ਰਤੱਖ ਪ੍ਰਭਾਵ ਦੇਸ਼ ਦੇ ਅਰਥਚਾਰੇ 'ਤੇ ਪੈ ਰਿਹਾ ਹੈ। ਪੈਰਾ ਹਾਲ ਹੀ ਵਿੱਚ ਕੀਤੇ ਇੱਕ ਸਰਵੇਖਣ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਦੇ 10 ਰਾਜਾਂ ਵਿੱਚ ਬੇਰੁਜ਼ਗਾਰੀ ਦਰ ਦੋਹਰੇ ਅੰਕ ਵਿੱਚ ਭਾਵ 10% ਤੋਂ ਵੱਧ ਹੋ ਗਈ ਹੈ। ਇਨ੍ਹਾਂ ਵਿੱਚ ਉੱਤਰਾਖੰਡ, ਹਰਿਆਣਾ ਅਤੇ ਤ੍ਰਿਪੁਰਾ ਆਦਿ ਰਾਜਾਂ ਵਿੱਚ ਇਹ ਦਰ 17% ਤੋਂ ਵੀ ਵੱਧ ਰਹੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹ ਦਰ 12.5% ਹੈ, ਜਦੋਂ ਕਿ ਪੰਜਾਬ ਕੁੱਲ 13 ਰਾਜਾਂ ਵਿੱਚੋਂ 10ਵੇਂ ਸਥਾਨ 'ਤੇ ਹੈ। ਹਿਮਾਚਲ ਪ੍ਰਦੇਸ਼ ਵਿੱਚ ਇਹ ਦਰ 12% ਰਹੀ ਹੈ। ਇਸ ਰਿਪੋਰਟ ਅਨੁਸਾਰ ਇਸ ਸਥਿਤੀ ਦਾ ਪ੍ਰਤੱਖ ਪ੍ਰਭਾਵ ਅਰਥਚਾਰੇ 'ਤੇ ਪੈਣਾ ਲਾਜ਼ਮੀ ਸੀ। ਸਟੇਟ ਬੈਂਕ ਆਫ ਇੰਡੀਆ ਦੀ ਇੱਕ ਹੋਰ ਸਰਵੇਖਣ ਰਿਪੋਰਟ ਵਿੱਚ ਵੀ ਇਹ ਦਾਅਵਾ ਕੀਤਾ ਗਿਆ ਹੈ ਕਿ ਪਿਛਲੇ ਵਿੱਤੀ ਸਾਲ 2020-21 ਵਿੱਚ ਦੇਸ਼ ਦੇ ਅਰਥਚਾਰੇ ਵਿੱਚ ਰੁਜ਼ਗਾਰ ਪੈਦਾ ਹੋਣ ਵਿੱਚ 16.9 ਲੱਖ ਦੀ ਕਮੀ ਆਈ ਸੀ। ਇਸ ਰਿਪੋਰਟ ਅਨੁਸਾਰ ਵਿੱਤੀ ਸਾਲ 2019-20 ਵਿੱਚ ਵੀ ਰੁਜ਼ਗਾਰ ਪੈਦਾ ਹੋਣ ਦੇ ਮਾਮਲੇ ਵਿੱਚ ਕਮੀ ਦਾ ਰੁਝਾਨ ਦਰਜ ਕੀਤਾ ਗਿਆ ਸੀ। ਇਹਨਾਂ ਦੋਵਾਂ ਰਿਪੋਰਟਾਂ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਰੁਜ਼ਗਾਰ ਦੇ ਨਵੇਂ ਮੌਕਿਆਂ ਦੇ ਪੈਦਾ ਨਾ ਹੋਣ ਦਾ ਸਿੱਧਾ ਪ੍ਰਭਾਵ ਦੇਸ਼ ਦੇ ਅਰਥਚਾਰੇ 'ਤੇ ਪੈ ਰਿਹਾ ਹੈ। ਕਿਰਤੀ ਅੰਸ਼ ਧਾਰਕ ਯੋਜਨਾ ਭਾਵ ਕਰਮਚਾਰੀ ਪ੍ਰੋਵੀਡੈਂਟ ਫੰਡ ਵਿੱਚ ਸ਼ੁਮਾਰ ਹੋਣ ਵਾਲੇ ਕਿਰਤੀਆਂ ਮੁਲਾਜ਼ਮਾਂ ਦੀ ਗਿਣਤੀ ਵਿੱਚ ਕਮੀ ਆਉਣਾ ਵੀ ਚੰਗਾ ਸੰਕੇਤ ਨਹੀਂ ਹੈ। ਵਿੱਤੀ ਸਾਲ 2019-20 ਦੀ ਤੁਲਨਾ ਵਿੱਚ ਬੀਤੇ ਸਾਲ ਅਤੇ ਚਾਲੂ ਸਾਲ ਵਿੱਚ ਲਗਭਗ 2 ਲੱਖ ਅਜਿਹੇ ਮੁਲਾਜ਼ਮਾਂ ਦੀ ਕਮੀ ਹੋਣਾ ਇਸੇ ਤੱਥ ਨੂੰ ਦਰਸਾਉਂਦਾ ਹੈ। ਸਟੇਟ ਬੈਂਕ ਦੀ ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਕਰਮਚਾਰੀ ਭਵਿੱਖ ਨਿਧੀ ਯੋਜਨਾ ਵਿੱਚ ਨਵੇਂ ਅੰਸ਼ ਧਾਰਕਾਂ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜੋ ਇਸ ਯੋਜਨਾ ਵਿੱਚ ਪਿਛਲੇ ਸਾਲ ਦੀ ਬੇਰੁਜ਼ਗਾਰੀ ਤੋਂ ਬਾਅਦ ਮੁੜ ਸ਼ਾਮਲ ਹੋਏ ਹਨ। ਕਰੋਨਾ ਮਹਾਂਮਾਰੀ ਦੇ ਪ੍ਰਕੋਪ ਕਾਰਨ ਦੇਸ਼ ਵਿੱਚ ਗਰੀਬਾਂ ਦੀ ਗਿਣਤੀ ਵਿੱਚ ਵੀ ਭਾਰੀ ਵਾਧਾ ਹੋਇਆ ਹੈ। ਇੱਕ ਅਨੁਮਾਨ ਅਨੁਸਾਰ ਇਸ ਦੌਰਾਨ ਦੇਸ਼ ਵਿੱਚ 8 ਤੋਂ 10 ਕਰੋੜ ਗਰੀਬ ਹੋਰ ਵੱਧ ਜਾਣਗੇ। ਆਰਥਿਕ ਮਾਹਿਰ
ਸੁਰੇਸ਼ ਤੰਦੂਲਕਰ ਕਮੇਟੀ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿੱਚ ਪਹਿਲਾਂ ਹੀ 21% ਭਾਵ 27 ਕਰੋੜ ਲੋਕ ਗਰੀਬ ਹਨ। ਡੰਡੀ। ਸੰਯੁਕਤ ਰਾਸ਼ਟਰ ਸੰਘ ਦੀ ਇੱਕ ਰਿਪੋਰਟ ਅਨੁਸਾਰ ਕਰੋਨਾ ਕਾਲ ਦੌਰਾਨ ਅਰਥਚਾਰੇ ਅਤੇ ਇਸ ਨਾਲ ਸੰਬੰਧਿਤ ਖੇਤਰਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਇਸ ਪੂਰੇ ਦਹਾਕੇ ਵਿੱਚ ਦਿਖਾਈ ਦਿੰਦੇ ਰਹਿਣਗੇ। ਡੰਡੀ। ਵਿਸ਼ਵ ਭਰ ਵਿੱਚ ਗਰੀਬਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਵੇਗਾ। ਡੰਡੀ। ਇੱਕ ਰਿਪੋਰਟ ਅਨੁਸਾਰ ਦੇਸ਼ ਦੀ ਕੁੱਲ ਪੂੰਜੀ ਦਾ ਸਿਰਫ 19% ਹਿੱਸਾ ਹੀ ਦੇਸ਼ ਦੀ 90% ਵਸੋਂ ਵਿੱਚ ਵੰਡਿਆ ਜਾਂਦਾ ਹੈ। ਡੰਡੀ। ਇਸ ਦਾ ਪ੍ਰਭਾਵ ਟੈਕਸ ਵਸੂਲੀ 'ਤੇ ਪੈਂਦਾ ਹੈ, ਜਿਸ ਨਾਲ ਅਰਥਚਾਰੇ ਦਾ ਕਮਜ਼ੋਰ ਹੋਣਾ ਬਹੁਤ ਸੁਭਾਵਿਕ ਹੈ। ਡੰਡੀ। ਕਰੋਨਾ ਕਾਲ ਦੀਆਂ ਤਰਾਸਦੀਆਂ ਤੋਂ ਉਭਰਨ ਲਈ ਕੇਂਦਰ ਸਰਕਾਰ ਵੱਲੋਂ ਰਾਜਾਂ ਅਤੇ ਆਮ ਲੋਕਾਂ ਲਈ ਐਲਾਨੀਆਂ ਰਾਹਤ ਯੋਜਨਾਵਾਂ ਅਤੇ ਪੈਕੇਜਾਂ ਨਾਲ ਵੀ ਦੇਸ਼ ਦੇ ਅਰਥਚਾਰੇ 'ਤੇ ਮਾੜਾ ਪ੍ਰਭਾਵ ਪਿਆ ਹੈ। ਡੰਡੀ। ਕੇਂਦਰ ਸਰਕਾਰ ਦੀ GST ਵਸੂਲੀ ਵਿੱਚ ਬੇਸ਼ੱਕ ਵਾਧਾ ਦਰਜ ਕੀਤਾ ਗਿਆ ਹੈ, ਪਰ ਹੋਰ ਕਈ ਤਰ੍ਹਾਂ ਦੇ ਟੈਕਸਾਂ ਵਿੱਚ ਕਟੌਤੀ ਹੋਣ ਨਾਲ ਮਾਲੀਏ ਵਿੱਚ ਕਮੀ ਆਉਣਾ ਸੁਭਾਵਿਕ ਹੈ। ਡੰਡੀ। ਇੱਕ ਰਿਪੋਰਟ ਅਨੁਸਾਰ ਦੂਜੀ ਲਹਿਰ ਦੇ 45 ਦਿਨਾਂ ਵਿੱਚ ਦੇਸ਼ ਦੇ ਅਰਥਚਾਰੇ ਨੂੰ 12 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਡੰਡੀ। ਅਸੀਂ ਸਮਝਦੇ ਹਾਂ ਕਿ ਇਹ ਸਥਿਤੀ ਚਿੰਤਾਜਨਕ ਹੈ। ਡੰਡੀ। ਇਸ ਲਈ ਇਹਨਾਂ ਸਾਰੀਆਂ ਰਿਪੋਰਟਾਂ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਕਰੋਨਾ ਕਾਲ ਦੀ ਤਾਲਾਬੰਦੀ ਤੋਂ ਉਭਰਨ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਵੀ ਵਧਣਗੇ ਅਤੇ ਨਵੀਆਂ ਅਸਾਮੀਆਂ ਅਤੇ ਨੌਕਰੀਆਂ ਦੇ ਪੈਦਾ ਹੋਣ ਦਾ ਰਾਹ ਵੀ ਸਾਫ਼ ਹੋਵੇਗਾ। ਡੰਡੀ। ਇਸ ਦਾ ਸਿੱਧਾ ਅਸਰ ਦੇਸ਼ ਦੇ ਅਰਥਚਾਰੇ ਵਿੱਚ ਸੁਧਾਰ ਦੇ ਤੌਰ 'ਤੇ ਪੈਣ ਦੀ ਵੱਡੀ ਸੰਭਾਵਨਾ ਹੋ ਸਕਦੀ ਹੈ। ਡੰਡੀ। ਆਰਥਿਕ ਮਾਹਿਰਾਂ ਅਨੁਸਾਰ ਸਰਕਾਰ ਜੇਕਰ ਪੂਰੀ ਇਮਾਨਦਾਰੀ, ਵਚਨਬੱਧਤਾ ਅਤੇ ਮਿਹਨਤ ਨਾਲ ਯਤਨ ਕਰੇ ਅਤੇ ਦੇਸ਼ ਦੇ ਅਰਥਚਾਰੇ ਨੂੰ ਹੁਲਾਰਾ ਦੇਣ ਦਾ ਯਤਨ ਕਰੇ ਤਾਂ ਨਾ ਸਿਰਫ ਦੇਸ਼ ਵਿੱਚ ਨਵੀਆਂ ਨੌਕਰੀਆਂ ਅਤੇ ਰੁਜ਼ਗਾਰ ਸੁਰਜੀਤ ਹੋ ਸਕਦੇ ਹਨ, ਸਗੋਂ ਦੇਸ਼ ਦੀ ਅਰਥ ਵਿਵਸਥਾ ਵੀ ਮਜ਼ਬੂਤੀ ਵੱਲ ਵੱਧ ਸਕਦੀ ਹੈ। ਡੰਡੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਪਿਛਲੇ ਦਿਨੀਂ ਦਾਅਵਾ ਕੀਤਾ ਸੀ ਕਿ ਕਰੋਨਾ ਕਾਲ ਤੋਂ ਬਾਅਦ ਅਰਥ ਵਿਵਸਥਾ ਵਿੱਚ ਸੁਧਾਰ ਦਿਖਾਈ ਦੇਣ ਲੱਗੇਗਾ। ਡੰਡੀ। ਪਾਰਾ। ਪੰਜਾਬ ਪੰਜ ਦਰਿਆਵਾਂ ਦੀ ਧਰਤੀ, ਗੁਰੂਆਂ, ਪੀਰਾਂ, ਰਿਸ਼ੀਆਂ, ਮੁਨੀਆਂ, ਅਵਤਾਰਾਂ ਦੀ ਜਨਨੀ ਅਜਿਹੀ ਧਰਤੀ ਜਿੱਥੇ ਕਿਸੇ ਸਮੇਂ ਹਰਿਆਲੀ, ਖੁਸ਼ਹਾਲੀ, ਖੁਸ਼ੀਆਂ, ਖੇੜਿਆਂ ਤੇ ਹਾਸਿਆਂ, ਰੌਣਕਾਂ ਨਾਲ ਭਰਪੂਰ ਸੀ। ਡੰਡੀ। ਪਰ ਅਜੋਕੇ ਸਮੇਂ ਵਿੱਚ ਪੰਜਾਬ ਦੀ ਇਹ ਮੁਹਾਰਤ ਬਦਲਦੀ ਨਜ਼ਰ ਆ ਰਹੀ ਹੈ। ਡੰਡੀ। ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ ਇਹਦੇ ਸਿਰ ਤੋਂ ਵਾਰੋ। ਡੰਡੀ। ਗੱਲ ਅਜੋਕੀ ਨੌਜਵਾਨ ਪੀੜ੍ਹੀ ਦੀ ਹੈ, ਜੋ ਨੌਜਵਾਨ ਗੱਭਰੂ ਕੁਸ਼ਤੀਆਂ, ਮੁਕਾਬਲੇ, ਸਰੀਰਕ ਖੇਡਾਂ ਵਿੱਚ ਰੁਝਾਨ ਦਿਖਾਉਂਦੇ ਸਨ, ਉੱਥੇ ਹੀ ਪੰਜਾਬ ਦੀਆਂ ਮੁਟਿਆਰਾਂ ਤ੍ਰਿੰਝਣਾਂ, ਕਿੱਕਲੀ, ਪੀਂਘਾਂ ਝੂਟਦੀਆਂ ਨਜ਼ਰ ਆਉਂਦੀਆਂ ਸਨ। ਇਹ ਸਭ ਕੁਝ ਅਲੋਪ ਹੁੰਦਾ ਨਜ਼ਰ ਆ ਰਿਹਾ ਹੈ। ਡੰਡੀ। ਅੱਜ ਦੀ ਨੌਜਵਾਨ ਪੀੜ੍ਹੀ ਆਪਣਾ ਅਮੀਰ ਵਿਰਸਾ ਭੁੱਲ ਕੇ ਨਸ਼ਿਆਂ, ਮੋਬਾਈਲ, ਫੇਸਬੁੱਕ, ਲੱਚਰ ਗੀਤ ਅਤੇ ਫਿਲਮਾਂ ਵਿੱਚ ਗਲਤਾਨ ਹੋ ਰਹੀ ਹੈ ਅਤੇ ਇਹ ਪੀੜ੍ਹੀ
ਅੰਦਰ ਹੀ ਅੰਦਰ ਘੁਣ ਵਾਂਗ ਖੋਖਲੀ ਹੋ ਰਹੀ ਹੈ ਡੰਡੀ। ਬਾਹਰਲੇ ਦੇਸ਼ਾਂ ਦੀ ਚਕਾਚੌਂਧ ਵਿੱਚ ਬਾਹਰ ਵਿਦੇਸ਼ਾਂ ਵਿੱਚ ਜਾ ਰਿਹਾ ਹੈ ਡੰਡੀ। ਨੌਜਵਾਨ ਪੀੜ੍ਹੀ ਦੇ ਹੱਡਾਂ ਵਿੱਚ ਨਸ਼ਾ ਇਸ ਤਰ੍ਹਾਂ ਸਮਾ ਚੁੱਕਾ ਹੈ ਜਿਵੇਂ ਪਾਣੀ ਵਿੱਚ ਮੈਲ ਡੰਡੀ। ਤਕਨਾਲੋਜੀ ਨੇ ਜਿੱਥੇ ਕ੍ਰਾਂਤੀ ਲਿਆਂਦੀ ਉੱਥੇ ਹੀ ਫੇਸਬੁੱਕ ਇੰਸਟਾਗ੍ਰਾਮ ਵਰਗੇ ਐਪ ਨੇ ਵੀ ਨੌਜਵਾਨਾਂ ਨੂੰ ਬੱਚਿਆਂ ਨੂੰ ਸਭ ਨੂੰ ਮੋਬਾਈਲ ਤੱਕ ਸੀਮਤ ਕਰ ਲਿਆ ਹੈ ਡੰਡੀ। ਸਾਰੀ ਦੁਨੀਆ ਫ਼ੋਨ ਵਿੱਚ ਸਿਮਟ ਕੇ ਰਹਿ ਗਈ ਹੈ ਡੰਡੀ। ਫੇਸਬੁੱਕ 'ਤੇ ਪਿਆਰ ਇਜ਼ਹਾਰ ਵਿਆਹ ਅਤੇ ਜਦੋਂ ਸੱਚਾਈ ਦਾ ਸਾਹਮਣਾ ਹੁੰਦਾ ਹੈ ਤਾਂ ਨਤੀਜੇ ਕਈ ਵਾਰ ਆਤਮ ਹੱਤਿਆਵਾਂ ਤੱਕ ਪਹੁੰਚ ਜਾਂਦੇ ਹਨ ਡੰਡੀ। ਫ਼ੋਨ ਵੀ ਇੱਕ ਅਜਿਹਾ ਨਸ਼ਾ ਬਣ ਗਿਆ ਹੈ ਜਿਸਨੇ ਪਰਿਵਾਰਕ ਖੇਡਾਂ ਮਾਂ ਪਿਓ ਨੂੰ ਬੱਚਿਆਂ ਤੋਂ ਦੂਰ ਕਰ ਦਿੱਤਾ ਹੈ ਡੰਡੀ। ਅੱਜ ਦੀ ਜਵਾਨੀ ਲੱਚਰ ਗੀਤਾਂ ਫਿਲਮੀ ਚਕਾਚੌਂਧ ਨੇ ਬਰਬਾਦ ਕਰਨ ਦੇ ਕਿਨਾਰੇ ਲੈ ਆਂਦੀ ਹੈ ਡੰਡੀ। ਇਹ ਗੀਤ ਫਿਲਮਾਂ ਬੱਚਿਆਂ ਅਤੇ ਨੌਜਵਾਨਾਂ 'ਤੇ ਮਾੜਾ ਅਸਰ ਪਾ ਰਹੇ ਹਨ ਜਿਸ ਕਾਰਨ ਕਾਮ ਵਾਸ਼ਨਾਵਾਂ ਝੂਠ ਫਰੇਬ ਜੁਰਮ ਜਬਰ ਜਨਾਹ ਵਰਗੇ ਕੁਕਰਮ ਦਿਨੋਂ ਦਿਨ ਵੱਧ ਰਹੇ ਹਨ ਡੰਡੀ। ਨੌਜਵਾਨ ਮੁੰਡੇ ਗਾਣਿਆਂ ਦੀ ਤਰਜ਼ 'ਤੇ ਚੱਲਦੇ ਹੋਏ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਇਸ ਨੂੰ ਅਸਲੀ ਜੀਵਨ ਵਿੱਚ ਅਪਣਾ ਲਿਆ ਗਿਆ ਹੈ ਅਤੇ ਕੁੜੀਆਂ ਦੇ ਕਾਲਜ ਅੱਗੇ ਇਸ ਨੂੰ ਅਸਲੀ ਰੂਪ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਡੰਡੀ। ਲੋੜ ਹੈ ਸਾਨੂੰ ਜਾਗਰੂਕ ਹੋਣ ਦੀ ਜਾਗਰੂਕ ਕਰਨ ਦੀ ਡੰਡੀ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਸਲੀਅਤ ਦਾ ਸਾਹਮਣਾ ਕਰਵਾ ਕੇ ਸਹੀ ਸੇਧ ਪ੍ਰਦਾਨ ਕਰਨ ਦੀ ਡੰਡੀ। ਸਟਾਰਟ। ਮੁਗਲਈ ਕਾਲ ਦੇ ਅੰਧੇਰਮਈ ਯੁੱਗ ਵਿੱਚ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਲਈ ਇੱਕ ਅਜਿਹਾ ਸੂਰਜ ਚੜ੍ਹਿਆ ਜਿਸ ਦੇ ਪ੍ਰਕਾਸ਼ ਨਾਲ ਸਭ ਧੂੜ ਧੱਪਾ ਉੱਡ ਗਿਆ ਅਤੇ ਇੱਕ ਸਵੱਛ ਅਤੇ ਸਪਸ਼ਟ ਵਾਤਾਵਰਣ ਸਾਹਮਣੇ ਆ ਗਿਆ ਡੰਡੀ। ਗੁਰੂ ਨਾਨਕ ਸਾਹਿਬ ਨੇ ਵੱਖ-ਵੱਖ ਥਾਵਾਂ 'ਤੇ ਜਾ ਕੇ ਸਾਰੇ ਦੇਸ਼ ਦਾ ਰਟਨ ਕਰਦੇ ਹੋਏ ਭੁੱਲੇ ਭਟਕੇ ਵਿਅਕਤੀਆਂ ਨੂੰ ਧਰਮ ਕਰਮ ਦੇ ਸਹੀ ਅਰਥ ਦੱਸੇ ਅਤੇ ਉਹਨਾਂ ਨੂੰ ਕਰਮ ਤੇ ਕਥਨ ਦੇ ਅੰਤਰ ਤੋਂ ਜਾਣੂ ਕਰਵਾਇਆ ਡੰਡੀ। ਉਹਨਾਂ ਨੇ ਵੱਖ-ਵੱਖ ਸ਼ਬਦਾਂ ਦੇ ਉਚਾਰਨ ਨਾਲ ਅਤੇ ਵਿਖਿਆਨਾਂ ਦੁਆਰਾ ਜੀਵਨ ਦੇ ਸਾਰੇ ਅੰਗਾਂ 'ਤੇ ਪੂਰੀ ਰੌਸ਼ਨੀ ਪਾਈ ਅਤੇ ਆਪਣੇ ਅਣਮੁੱਲੇ ਵਿਚਾਰਾਂ ਨਾਲ ਧਰਮ ਸਮਾਜ ਅਤੇ ਇੱਥੋਂ ਤੱਕ ਕਿ ਪ੍ਰਚਲਿਤ ਰਾਜਨੀਤੀ ਵਿੱਚ ਸੁਧਾਰ ਲਿਆਂਦਾ ਡੰਡੀ। ਉਹਨਾਂ ਇਸ ਸੰਸਾਰ ਵਿੱਚ ਰਹਿੰਦੇ ਹੋਏ ਮੁਕਤੀ ਦਾ ਰਸਤਾ ਦੱਸ ਕੇ ਜੀਣ ਲਈ ਇੱਕ ਨਵਾਂ ਉਤਸ਼ਾਹ ਪੈਦਾ ਕੀਤਾ ਡੰਡੀ। ਉਹਨਾਂ ਨੇ ਜੀਵਨ ਦਾ ਫਲਸਫਾ ਤੇ ਮੁਕਤੀ ਦਾ ਮਾਰਗ ਜਪਜੀ ਸਾਹਿਬ ਵਿੱਚ ਦੱਸਿਆ ਅਤੇ ਸਪਸ਼ਟ ਸ਼ਬਦਾਂ ਵਿੱਚ ਇਸ ਗੱਲ 'ਤੇ ਜ਼ੋਰ ਪਾਇਆ ਕਿ ਕੰਨਾਂ ਵਿੱਚ ਮੁੰਦਰੀਆਂ ਪਾਉਣ ਸਰੀਰ 'ਤੇ ਮਿੱਟੀ ਮਲਣ ਨਾਲ ਗੁਜ਼ਾਰਾ ਨਹੀਂ ਹੋਣਾ ਡੰਡੀ। ਜੇ ਕਿਸੇ ਸਹੀ ਜੋਗੀ ਬਣਨਾ ਹੈ ਤਾਂ ਉਹ ਉਪਰੋਕਤ ਚੀਜ਼ਾਂ ਦੀ ਥਾਂ ਸਬਰ ਸ਼ਰਮ ਨੇਕ ਕਰਮ ਗਿਆਨ ਧਿਆਨ ਵੱਲ ਪ੍ਰੇਰਿਤ ਹੋਵੇ ਡੰਡੀ। ਇਸ ਤਰ੍ਹਾਂ ਉਹ ਪ੍ਰਭੂ ਨਾਲ ਆਪਣਾ ਰਿਸ਼ਤਾ ਜੋੜ ਸਕਦਾ ਹੈ ਤੇ ਉਸ ਪਰਮ ਆਤਮਾ ਵਿੱਚ ਲੀਨ ਹੋ ਸਕਦਾ ਹੈ ਡੰਡੀ। ਉਸ ਸਮੇਂ ਹਿੰਦੂ ਬ੍ਰਾਹਮਣ ਆਪਣੇ ਆਪ ਨੂੰ ਧਰਮ ਦੇ ਠੇਕੇਦਾਰ ਸਮਝਦੇ ਸਨ ਡੰਡੀ। ਉਹਨਾਂ ਨੇ ਧਰਮ ਦਾ ਮਸਲਾ
ਬੜਾ ਗੁੰਝਲਦਾਰ ਬਣਾਇਆ ਹੋਇਆ ਸੀ ਅਤੇ ਗਰੀਬ ਜਨਤਾ ਦਾ ਖੂਨ ਚੂਸ ਰਹੇ ਸਨ। ਡੰਡੀ ਛੂਤ ਛਾਤ ਅਤੇ ਊਚ ਨੀਚ ਦਾ ਆਮ ਰਿਵਾਜ ਸੀ। ਡੰਡੀ ਨੀਵੀਆਂ ਜਾਤਾਂ ਦੇ ਲੋਕ ਕਿਸੇ ਮੰਦਰ ਜਾਂ ਹੋਰ ਕਿਸੇ ਧਾਰਮਿਕ ਅਸਥਾਨ 'ਤੇ ਨਹੀਂ ਜਾ ਸਕਦੇ ਸਨ। ਡੰਡੀ ਗੁਰੂ ਨਾਨਕ ਦੇਵ ਜੀ ਪਹਿਲੇ ਮਨੁੱਖ ਸਨ ਜਿਨ੍ਹਾਂ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਉਠਾਈ। ਡੰਡੀ ਉਹਨਾਂ ਨੇ ਕਿਹਾ ਕਿ ਉਹ ਹਰੇਕ ਮਨੁੱਖ ਮਹਾਨ ਹੈ ਜੋ ਧਰਮ ਦੀ ਕਿਰਤ ਕਰਦਾ ਹੈ, ਵੰਡ ਕੇ ਛਕਦਾ ਹੈ ਅਤੇ ਕਿਸੇ ਦੁਖੀ ਦਾ ਦੁੱਖ ਵੰਡਾਉਂਦਾ ਹੈ। ਡੰਡੀ ਜੇਕਰ ਕੋਈ ਵਿਅਕਤੀ ਕਿਸੇ ਵੱਡੇ ਘਰਾਣੇ ਵਿੱਚ ਜਨਮ ਲੈ ਲਵੇ ਤਾਂ ਉਹ ਮਹਾਨ ਨਹੀਂ ਬਣ ਸਕਦਾ, ਸਗੋਂ ਮਨੁੱਖ ਆਪਣੇ ਚੰਗੇ ਕੰਮਾਂ ਕਰਕੇ ਮਹਾਨ ਬਣਦਾ ਹੈ। ਡੰਡੀ ਗੁਰੂ ਸਾਹਿਬ ਇਤਨੀ ਮਹਾਨ ਸ਼ਖਸੀਅਤ ਹੁੰਦੇ ਹੋਏ ਵੀ ਆਪਣੇ ਆਪ ਨੂੰ ਨਿਮਾਣਾ ਸੇਵਕ ਸਮਝਦੇ ਸਨ। ਡੰਡੀ ਉਹਨਾਂ ਵਿੱਚ ਗਰੀਬ ਜਨਤਾ ਲਈ ਹਮਦਰਦੀ ਦਾ ਵਲਵਲਾ ਸੀ। ਡੰਡੀ ਉਸ ਸਮੇਂ ਦੇਸ਼ ਦੀ ਸਮਾਜਿਕ ਅਵਸਥਾ ਬੜੀ ਭੈੜੀ ਸੀ। ਡੰਡੀ ਸਮਾਜ ਵਿੱਚ ਇਸਤਰੀ ਜਾਤੀ ਦੀ ਬੜੀ ਬੁਰੀ ਦੁਰਦਸ਼ਾ ਸੀ। ਡੰਡੀ ਮਨੁੱਖ ਇਸਤਰੀ ਜਾਤੀ 'ਤੇ ਬੜੇ ਜ਼ੁਲਮ ਕਰ ਰਿਹਾ ਸੀ ਅਤੇ ਇਸਤਰੀ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਡੰਡੀ ਇਸ ਦੀ ਦੁਰਦਸ਼ਾ ਨੂੰ ਗੁਰੂ ਨਾਨਕ ਦੇਵ ਜੀ ਨੇ ਸਹੀ ਅਰਥਾਂ ਵਿੱਚ ਅਨੁਭਵ ਕੀਤਾ ਅਤੇ ਕਰੜੇ ਸ਼ਬਦਾਂ ਵਿੱਚ ਆਵਾਜ਼ ਉਠਾਈ ਅਤੇ ਕਿਹਾ ਕਿ ਉਹ ਇਸਤਰੀ ਜਿਸ ਦੇ ਜ਼ਰੀਏ ਰਿਸ਼ਤੇ ਨਾਤੇ ਚੱਲਦੇ ਹਨ, ਵਿਆਹ ਸ਼ਾਦੀਆਂ ਹੁੰਦੀਆਂ ਹਨ, ਜੇ ਮਰ ਜਾਵੇ ਤਾਂ ਹੋਰ ਇਸਤਰੀ ਦੀ ਭਾਲ ਕਰੀਦੀ ਹੈ। ਜਿਸ ਤੋਂ ਵੱਡੇ ਵੱਡੇ ਰਾਜੇ ਅਤੇ ਮਹਾਂਪੁਰਸ਼ ਜਨਮ ਲੈਂਦੇ ਹਨ ਉਸਨੂੰ ਮੰਦਾ ਕਿਉਂ ਆਖਿਆ ਜਾਵੇ। ਡੰਡੀ ਇਸ ਤੋਂ ਬਿਨਾਂ ਸੰਸਾਰ ਦਾ ਕਾਰ ਵਿਹਾਰ ਹੀ ਨਹੀਂ ਚੱਲਦਾ। ਡੰਡੀ ਇਸ ਕਰਕੇ ਇਸਤਰੀ ਸਾਡੇ ਸਤਿਕਾਰ ਦੀ ਪਾਤਰ ਹੈ। ਡੰਡੀ ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲਤਾ, ਮਨੁੱਖੀ ਸਮਾਨਤਾ, ਕੰਮ ਦੀ ਉੱਚਤਾ ਅਤੇ ਮਨੁੱਖੀ ਏਕਤਾ ਦੇ ਬੀਜ ਖਿਲਾਰੇ। ਡੰਡੀ ਉਹਨਾਂ ਦੀ ਬਾਣੀ ਅਮਰ ਤੇ ਚਿਰ ਸਦੀਵੀ ਹੈ। ਡੰਡੀ ਅਖਬਾਰ ਦਾ ਸਾਡੇ ਜੀਵਨ ਵਿੱਚ ਮਹੱਤਵਪੂਰਨ ਸਥਾਨ ਹੈ। ਡੰਡੀ ਹਰ ਰੋਜ਼ ਸਵੇਰੇ ਉੱਠ ਕੇ ਅਖਬਾਰ ਦੀ ਉਡੀਕ ਕੀਤੀ ਜਾਂਦੀ ਹੈ। ਡੰਡੀ ਕੁਝ ਲੋਕਾਂ ਨੂੰ ਸਵੇਰੇ ਅਖਬਾਰ ਵੇਖੇ ਬਿਨਾਂ ਕੁਝ ਵੀ ਚੰਗਾ ਨਹੀਂ ਲੱਗਦਾ। ਡੰਡੀ ਮਨੁੱਖ ਵਿੱਚ ਦੂਜਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਇੱਛਾ ਬੜੀ ਪ੍ਰਬਲ ਹੈ। ਡੰਡੀ ਮੁੱਖ ਤੌਰ 'ਤੇ ਅਖਬਾਰ ਜਾਣਕਾਰੀਆਂ ਲਈ ਪੜ੍ਹਿਆ ਜਾਂਦਾ ਹੈ। ਇਸ ਦੇ ਹਰੇਕ ਪਾਠਕ ਨੂੰ ਆਪਣੀ ਰੁਚੀ ਅਨੁਸਾਰ ਹੋਰ ਵੀ ਕਈ ਕੁਝ ਅਖਬਾਰ ਵਿੱਚੋਂ ਲੱਭਦਾ ਹੈ। ਡੰਡੀ ਜਿਸ ਕਾਰਨ ਉਹਨਾਂ ਵਿੱਚ ਕਿਤਾਬ ਪੜ੍ਹਨ ਦੀ ਰੁਚੀ ਵੀ ਵੱਧਦੀ ਹੈ। ਡੰਡੀ ਅਜੋਕੇ ਸਮੇਂ ਵਿੱਚ ਈ-ਪੇਪਰ ਵੀ ਆ ਗਏ ਹਨ। ਲੋਕ ਇਸ ਨੂੰ ਹੀ ਘਰ ਬੈਠੇ ਜਦੋਂ ਮਰਜ਼ੀ ਪੜ੍ਹ ਸਕਦੇ ਹਨ। ਡੰਡੀ ਈ-ਪੇਪਰ ਦਾ ਇਹ ਫਾਇਦਾ ਹੈ ਕਿ ਕਿਸੇ ਵੀ ਸਮੇਂ ਕਿਸੇ ਵੀ ਤਰੀਕ ਦੀ ਅਖਬਾਰ ਨੂੰ ਪੜ੍ਹਿਆ ਜਾ ਸਕਦਾ ਹੈ। ਡੰਡੀ ਪ੍ਰਿੰਟ ਦੇ ਨਾਲ ਨਾਲ ਇਸ ਨੇ ਇਲੈਕਟ੍ਰੋਨਿਕ ਵਿੱਚ ਵੀ ਆਪਣੀ ਜਗ੍ਹਾ ਬਣਾ ਲਈ ਹੈ। ਡੰਡੀ ਪੈਰਾ ਪਿਛਲੇ ਸਮਿਆਂ 'ਚ ਪੰਜਾਬ ਵਿੱਚ ਬਹੁਤ ਬਾਰਿਸ਼ਾਂ ਹੁੰਦੀਆਂ ਸਨ ਅਤੇ ਕਈ ਦਿਨ ਝੜੀਆਂ ਲੱਗੀਆਂ ਰਹਿੰਦੀਆਂ ਸਨ ਤਾਂ ਧਰਤੀ ਹੇਠਲੇ ਪਾਣੀ ਦਾ ਵੀ ਪੱਧਰ ਉੱਪਰ ਹੁੰਦਾ ਸੀ ਤਾਂ ਝੋਨੇ ਲਈ ਕੱਦੂ ਕਰਕੇ ਬਿਜਾਈ ਕਰਨ 'ਚ ਕੋਈ ਮੁਸ਼ਕਲ ਨਹੀਂ ਸੀ। ਪਰ ਜਿਉਂ-ਜਿਉਂ ਟਰੈਕਟਰਾਂ, ਸਮਰਸੀਬਲ ਪੰਪਾਂ ਦੀ ਭਰਮਾਰ ਹੋਈ ਤਾਂ ਝੋਨੇ
ਹੇਠ ਰਕਬਾ ਵੀ ਵੱਧਦਾ ਗਿਆ ਅਤੇ ਧਰਤੀ ਹੇਠਲਾ ਪਾਣੀ ਵੀ ਮੁੱਕਣ ਕਿਨਾਰੇ ਆ ਗਿਆ ਹੈ। ਡੰਡੀ ਹੁਣ ਸਮੇਂ ਦੀ ਮੁੱਖ ਲੋੜ ਝੋਨੇ ਦੀ ਸਿੱਧੀ ਬਿਜਾਈ ਹੈ ਅਤੇ ਅਜਿਹਾ ਉਪਰਾਲਾ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਵੀ ਕੀਤਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ 20-25% ਪਾਣੀ ਵੀ ਬਹੁਤ ਹੈ ਅਤੇ ਝਾੜ ਵੀ 10-15% ਤੱਕ ਵੱਧ ਨਿਕਲਦਾ ਹੈ। ਇਸ ਲਈ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਸਰਕਾਰ ਨੂੰ ਕੱਦੂ ਕਰਕੇ ਝੋਨਾ ਲਗਾਉਣ 'ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਜੇਕਰ ਕੋਈ ਕਿਸਾਨ ਕੱਦੂ ਕਰ ਰਿਹਾ ਹੋਵੇ ਤਾਂ ਉਸ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਡੰਡੀ ਖੇਤੀਬਾੜੀ ਵਿਭਾਗ ਨੂੰ ਜ਼ਮੀਨੀ ਪੱਧਰ 'ਤੇ ਸਾਰੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਉੱਥੇ ਹੀ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਜੋ ਧਰਤੀ ਹੇਠਲਾ ਅਣਮੁੱਲਾ ਪਾਣੀ ਬਚਾਇਆ ਜਾ ਸਕੇ। ਡੰਡੀ ਪਾਰਾ ਕਿਹਾ ਜਾਂਦਾ ਹੈ ਕਿ ਹਰ ਕਾਮਯਾਬ ਵਿਅਕਤੀ ਪਿੱਛੇ ਇੱਕ ਔਰਤ ਹੁੰਦੀ ਹੈ। ਡੰਡੀ ਪਤਾ ਨਹੀਂ ਮੇਰੇ ਸੰਬੰਧ ਵਿੱਚ ਇਹ ਕਾਮਯਾਬੀ ਕਿੰਨੀ ਕੁ ਠੀਕ ਹੈ, ਪਰ ਮੇਰੀ ਧਰਮ ਪਤਨੀ ਜੋ 14 ਮਈ ਨੂੰ ਵਾਹਿਗੁਰੂ ਨੂੰ ਪਿਆਰੀ ਹੋ ਗਈ ਸੀ, ਉਸ ਦੇ ਸੰਬੰਧ ਵਿੱਚ ਇਹ ਬਿਲਕੁਲ ਸਹੀ ਢੁਕਦਾ ਹੈ। ਡੰਡੀ ਸਾਡੇ ਵਿਆਹ ਦੀ 50ਵੀਂ ਸਾਲਗਿਰਾ ਮਿਤੀ 23 ਮਈ ਨੂੰ ਸੀ, ਜਿਸ ਦਿਨ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਅੰਤਿਮ ਅਰਦਾਸ ਕੀਤੀ ਗਈ। ਡੰਡੀ ਉਹ ਮੇਰੇ ਹਰ ਉਪਰਾਲੇ ਵਿੱਚ ਸਹਾਈ ਹੁੰਦੀ। ਜਦੋਂ ਮੈਂ ਕਈ ਦਿਨ ਪਹਾੜੀਆਂ ਵਿੱਚ ਪਥਰਾਹਟ ਜਾਂ ਪੱਥਰ ਸੰਦ ਲੱਭਣ ਤੁਰਿਆ ਰਹਿੰਦਾ ਤਾਂ ਉਹ ਸਹਿਣ ਕਰਦੀ ਤੇ ਜਾਂ ਕਈ ਵਾਰ ਮੇਰੇ ਨਾਲ ਵੀ ਜਾਂਦੀ। ਡੰਡੀ ਮੈਂ ਅੱਧੀ ਰਾਤ ਤੱਕ ਪੰਜਾਬੀ ਦੇ ਲੇਖ ਕਿਤਾਬਾਂ ਲਿਖਣ ਵਿੱਚ ਮਗਨ ਰਹਿੰਦਾ, ਪਰ ਉਹ ਸ਼ਿਕਾਇਤ ਨਾ ਕਰਦੀ। ਡੰਡੀ ਮੈਨੂੰ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਮਿਲਿਆ। ਕਈ ਮਹੱਤਵਪੂਰਨ ਖੋਜ ਪੱਤਰ ਅੰਤਰਰਾਸ਼ਟਰੀ ਖੋਜ ਰਸਾਲਿਆਂ ਵਿੱਚ ਛਪੇ ਤੇ ਪ੍ਰਸਿੱਧੀ ਪ੍ਰਾਪਤ ਹੋਈ। ਡੰਡੀ ਇਸ ਸਭ ਦੇ ਪਿੱਛੇ ਮੇਰੀ ਧਰਮ ਪਤਨੀ ਦਾ ਹੀ ਸਹਿਯੋਗ ਸੀ। ਡੰਡੀ ਭੋਗ ਵਾਲੇ ਦਿਨ ਗੁਰਦੁਆਰਾ ਸਾਹਿਬ ਦੇ ਭਾਈ ਜੀ ਨੇ ਕਿਹਾ ਕਿ ਇਸ ਦਿਨ ਲਈ ਬੀਬੀ ਸੁਰਿੰਦਰ ਪਾਲ ਕੌਰ ਪਾਠ ਬੁੱਕ ਕਰਾ ਕੇ ਗਈ ਸੀ ਆਪਣੇ ਵਿਆਹ ਦੀ ਗੋਲਡਨ ਜੁਬਲੀ ਦੇ ਸੰਬੰਧ ਵਿੱਚ। ਡੰਡੀ ਪਰ ਵਾਹਿਗੁਰੂ ਦੀ ਕਰਨੀ ਦੇਖੋ, ਇਹੋ ਪਾਠ ਹੁਣ ਕਿਸੇ ਹੋਰ ਮੰਤਵ ਲਈ ਕੀਤਾ ਜਾ ਰਿਹਾ ਹੈ। ਡੰਡੀ ਸੁਰਿੰਦਰ ਪਾਲ ਕੌਰ ਜੀ ਦਾ ਮੇਰੀ ਹਰ ਕਾਮਯਾਬੀ ਲਈ ਦਿੱਤਾ ਗਿਆ ਸਹਿਯੋਗ ਮੇਰੀ ਇੱਕ ਅਭੁੱਲ ਯਾਦ ਬਣ ਕੇ ਰਹਿ ਗਿਆ ਹੈ। ਡੰਡੀ ਦੇਸ਼ ਦੀ ਵੰਡ ਪਿੱਛੋਂ ਸਰਕਾਰ ਅਤੇ ਵਿੱਦਿਆ ਸ਼ਾਸਤਰੀਆਂ ਨੇ ਅੰਗਰੇਜ਼ੀ ਰਾਜ ਵੇਲੇ ਦੀ ਸਿੱਖਿਆ ਪ੍ਰਣਾਲੀ ਵਿੱਚ ਬੁਨਿਆਦੀ ਪਰਿਵਰਤਨ ਲਿਆਉਣ ਵੱਲ ਵਿਸ਼ੇਸ਼ ਧਿਆਨ ਦਿੱਤਾ। ਡੰਡੀ ਇਸ ਸਿੱਖਿਆ ਪ੍ਰਣਾਲੀ ਦਾ ਬਦਲ ਮਹਾਤਮਾ ਗਾਂਧੀ ਜੀ ਦੀ ਵਿਚਾਰਧਾਰਾ ਅਨੁਸਾਰ ਤਿਆਰ ਕੀਤੀ ਗਈ ਬੇਸਿਕ ਸਿੱਖਿਆ ਪ੍ਰਣਾਲੀ ਨੂੰ ਅਪਣਾਇਆ ਗਿਆ ਅਤੇ ਪਹਿਲਾਂ ਪ੍ਰਾਇਮਰੀ ਸਕੂਲਾਂ ਵਿੱਚ ਲਾਗੂ ਕਰਨ ਦੇ ਯਤਨ ਕੀਤੇ ਗਏ। ਡੰਡੀ ਇਸ ਸਿੱਖਿਆ ਪ੍ਰਣਾਲੀ ਵਿੱਚ ਕਿਤਾਬਾਂ ਪੜ੍ਹਾਈ ਤੋਂ ਇਲਾਵਾ ਛੋਟੇ ਧੰਦਿਆਂ ਦੀ ਸਿਖਲਾਈ ਵੀ ਪਾਠਕ੍ਰਮ ਵਿੱਚ ਸ਼ਾਮਲ ਸੀ। ਡੰਡੀ ਬੇਸਿਕ ਸਿੱਖਿਆ ਪ੍ਰਣਾਲੀ ਨੂੰ ਲਾਗੂ ਕਰਨ ਲਈ ਅਧਿਆਪਕਾਂ ਦੀ ਸਿਖਲਾਈ ਲਈ ਬੇਸਿਕ ਟ੍ਰੇਨਿੰਗ ਸੈਂਟਰ ਖੋਲ੍ਹੇ ਗਏ ਤਾਂ ਜੋ ਯੋਗ ਸਿਖਲਾਈ ਪ੍ਰਾਪਤ
ਕਰ ਚੁੱਕਣ ਤੋਂ ਬਾਅਦ ਅਧਿਆਪਕ ਇਸ ਨੂੰ ਸਫਲਤਾ ਨਾਲ ਲਾਗੂ ਕਰ ਸਕਣ। ਡੰਡੀ। ਇਸ ਪ੍ਰਣਾਲੀ ਦੇ ਦੋ ਮੁੱਖ ਉਦੇਸ਼ ਸਨ: ਵਿਦਿਆਰਥੀ ਦੇ ਮਨ ਵਿੱਚ ਕਿਰਤ ਲਈ ਸਤਿਕਾਰ ਪੈਦਾ ਕਰਨਾ ਅਤੇ ਕੋਈ ਧੰਦਾ ਕਰਦੇ ਕਰਦੇ ਸਿੱਖਿਆ ਪ੍ਰਾਪਤ ਕਰਨੀ। ਡੰਡੀ। ਯੋਗ ਸਿਖਲਾਈ ਪ੍ਰਾਪਤ ਕਰ ਚੁੱਕੇ ਅਧਿਆਪਕ ਪ੍ਰਾਇਮਰੀ ਸਕੂਲਾਂ ਵਿੱਚ ਨਿਯੁਕਤ ਕੀਤੇ ਗਏ ਹਜ਼ਾਰਾਂ ਰੁਪਏ ਦਾ ਸਮਾਨ ਪ੍ਰਾਇਮਰੀ ਸਕੂਲਾਂ ਵਿੱਚ ਭੇਜਿਆ ਗਿਆ। ਡੰਡੀ। 94 ਸਕੂਲਾਂ ਵਿੱਚ ਇਸ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਅਮਲੀ ਰੂਪ ਦੇਣ ਦੇ ਯਤਨ ਕੀਤੇ ਗਏ। ਡੰਡੀ। ਪਰੰਤੂ ਜਿਸ ਉਤਸ਼ਾਹ ਨਾਲ ਵਿੱਦਿਆ ਦੇ ਢਾਂਚੇ ਵਿੱਚ ਪਰਿਵਰਤਨ ਲਿਆਉਣ ਲਈ ਯੋਜਨਾ ਬਣਾਈ ਗਈ ਸੀ, ਉਸ ਉਤਸ਼ਾਹ ਨਾਲ ਲਾਗੂ ਨਾ ਹੋ ਸਕੀ। ਡੰਡੀ। ਇਸ ਨੂੰ ਲਾਗੂ ਕਰਨ ਦੇ ਕਾਰਨ ਅਤੇ ਜ਼ਿੰਮੇਵਾਰੀਆਂ ਨਿਰਧਾਰਤ ਕਰਨਾ ਕਠਿਨ ਹੈ, ਪਰ ਇਹ ਇੱਕ ਅਸਫਲ ਤਜਰਬਾ ਰਿਹਾ ਅਤੇ ਸਾਰੇ ਪ੍ਰਾਇਮਰੀ ਸਕੂਲਾਂ ਵਿੱਚ ਮੁੜ ਉਹ ਪੁਰਾਣਾ ਵਿੱਦਿਅਕ ਢਾਂਚਾ ਆਪ ਮੁਹਾਰੇ ਚਾਲੂ ਹੋ ਗਿਆ। ਡੰਡੀ। ਪਾਰਾ। ਲਾਜ਼ਮੀ ਵਿੱਦਿਆ ਐਕਟ ਅਨੁਸਾਰ ਪਹਿਲੀ ਤੋਂ 5ਵੀਂ ਸ਼੍ਰੇਣੀ ਤੱਕ ਪ੍ਰਾਇਮਰੀ ਪੱਧਰ ਦੀਆਂ ਸ਼੍ਰੇਣੀਆਂ ਮਿਥੀਆਂ ਗਈਆਂ। ਡੰਡੀ। ਦੇਸ਼ ਦੀ ਵੰਡ ਤੋਂ ਪਹਿਲਾਂ ਚੌਥੀ ਸ਼੍ਰੇਣੀ ਤੱਕ ਪ੍ਰਾਇਮਰੀ ਪੱਧਰ ਹੁੰਦਾ ਸੀ। ਡੰਡੀ। ਇਸ ਐਕਟ ਦੇ ਮੁੱਖ ਆਸ਼ੇ ਦੋ ਹਨ। ਡੰਡੀ। ਦੇਸ਼ ਵਿੱਚੋਂ ਅਨਪੜ੍ਹਤਾ ਨੂੰ ਦੂਰ ਕਰਨਾ ਅਤੇ 5ਵੀਂ ਤੱਕ ਵਿਦਿਆਰਥੀਆਂ ਨੂੰ ਚੰਗੀ ਤਰ੍ਹਾਂ ਲਿਖਣਾ ਪੜ੍ਹਨਾ ਸਿਖਾਉਣ ਤੋਂ ਇਲਾਵਾ ਉਹਨਾਂ ਵਿਸ਼ਿਆਂ ਬਾਰੇ ਮੁੱਢਲਾ ਗਿਆਨ ਦੇਣਾ ਜਿਹੜੇ ਮਿਡਲ ਅਤੇ ਹਾਈ ਸ਼੍ਰੇਣੀ ਵਿੱਚ ਵੀ ਪੜ੍ਹਾਏ ਜਾਂਦੇ ਹਨ, ਤਾਂ ਜੋ 5ਵੀਂ ਪਾਸ ਕਰ ਚੁੱਕਾ ਵਿਦਿਆਰਥੀ ਗਿਆਨ ਦੀ ਰੌਸ਼ਨੀ ਤੋਂ ਸੱਖਣਾ ਨਾ ਰਹਿ ਜਾਵੇ। ਡੰਡੀ। ਇਸ ਯੋਜਨਾ ਅਨੁਸਾਰ ਬੇਸਿਕ ਸਿੱਖਿਆ ਦੇ ਤੱਤ ਆਮ ਹੋ ਗਏ ਅਤੇ ਪ੍ਰਾਇਮਰੀ ਸ਼੍ਰੇਣੀਆਂ ਲਈ ਪਾਠ ਸਮੱਗਰੀ ਵਧ ਗਈ। ਡੰਡੀ। ਜਿਵੇਂ ਸਮਾਜਿਕ ਸਿੱਖਿਆ, ਸਧਾਰਨ ਵਿਗਿਆਨ ਅਤੇ ਚਿੱਤਰਕਲਾ ਨਵੇਂ ਵਿਸ਼ੇ ਲਾਗੂ ਹੋ ਗਏ। ਡੰਡੀ। ਜੀਵਨ ਵਿੱਚ ਰੋਜ਼ ਮਰਾ ਵਾਹ ਪੈਣ ਵਾਲੀਆਂ ਗਿਆਨ ਦੀਆਂ ਘਟਨਾਵਾਂ ਦਾ ਗਿਆਨ, ਆਪਣੇ ਜ਼ਿਲ੍ਹੇ ਪ੍ਰਾਂਤ ਅਤੇ ਚੌਗਿਰਦੇ ਬਾਰੇ ਗਿਆਨ, ਸਮਾਜ ਵਿੱਚ ਇੱਕ ਨਾਗਰਿਕ ਵਜੋਂ ਰਹਿਣ ਲਈ ਮੁੱਢਲੀ ਜਾਣਕਾਰੀ, ਨਵੇਂ ਵਧਾਏ ਗਏ ਸਿਲੇਬਸ ਦੀ ਭਾਵਨਾ ਹੈ। ਡੰਡੀ। ਬੇਸਿਕ ਸਿੱਖਿਆ ਪ੍ਰਣਾਲੀ ਤੋਂ ਪਿੱਛੋਂ ਇਹ ਪ੍ਰਾਇਮਰੀ ਸਿੱਖਿਆ ਵਿੱਚ ਦੂਜਾ ਤਜਰਬਾ ਹੈ। ਡੰਡੀ। ਵਿਸ਼ਵ ਸਿੱਖਿਆ ਪ੍ਰਣਾਲੀਆਂ ਨੂੰ ਮੁੱਖ ਰੱਖਦਿਆਂ ਭਾਰਤ ਦੇ ਦੂਜੇ ਪ੍ਰਾਂਤਾਂ ਦੇ ਸਿਲੇਬਸ ਨੂੰ ਵੇਖਦਿਆਂ ਅਤੇ ਸਿਧਾਂਤਕ ਪੱਖੋਂ ਪ੍ਰਾਇਮਰੀ ਵਿੱਚ ਇਹ ਸਿਲੇਬਸ ਲਾਗੂ ਕਰਨਾ ਅਨੁਚਿਤ ਨਹੀਂ ਆਖਿਆ ਜਾ ਸਕਦਾ। ਡੰਡੀ।